हाँ जी प्यारे विद्यार्थियों, ਅੱਜ ਅਸੀਂ ਜਿਹੜਾ ਟੌਪਿਕ ਕਰਨ ਜਾ ਰਹੇ ਹਾਂ ਉਹ ਹੈਗਾ ਮ ਸਵ ਅਤੇ ਲ ਸਵ। ਪਰ ਕਿਹੜੀ ਵਿਧੀ ਨਾਲ? ਅਪਾਜ ਗੁਣਨਖੰਡ ਵਿਧੀ ਰਾਹੀਂ। ਅਸੀਂ ਪਿਛਲੀ ਕਲਾਸ ਦੇ ਵਿੱਚ ਅਪਾਜ ਗੁਣਨਖੰਡ ਬਣਾਉਣ ਦੀ ਵਿਧੀ ਪੜ੍ਹੀ ਹੈ, ਜਿਹਦੇ ਵਿੱਚ ਆਪਾਂ ਦੋ ਵਿਧੀਆਂ ਪੜ੍ਹੀਆਂ ਸੀਗੀਆਂ। ਇੱਕ ਆਪਾਂ ਐਲਸੀਐਮ ਵਾਲੀ ਵਿਧੀ ਸੀ, ਇੱਕ ਆਪਾਂ ਦੂਜੀ ਵਿਧੀ ਵੀ ਉਹੀ ਹੁੰਦੀ ਹੈ ਪਰ ਉਹਨੂੰ ਆਪਾਂ ਇੱਕ ਰੁੱਖ ਦੀ ਰੂਪ 'ਚ ਲਿਖ ਲੈਂਦੇ ਹਾਂ, ਜਿਹਨੂੰ ਆਪਾਂ ਬੋਲਦੇ ਹਾਂ ਗੁਣਨਖੰਡ ਰੁੱਖ ਵਿਧੀ। ਤਾਂ ਉਮੀਦ ਕਰਦਾ ਕਿ ਤੁਹਾਨੂੰ ਅਪਾਜ ਗੁਣਨਖੰਡ ਕਿਸੇ ਵੀ ਸੰਖਿਆ ਦੇ ਬਣਾਉਣੇ ਆ ਗਏ ਹੋਣੇ। ਤਾਂ ਅੱਜ ਅਸੀਂ ਜਿਹੜਾ ਟੌਪਿਕ ਕਰਨਾ ਆ ਉਹਦਾ ਨਾਮ ਹੈ ਮ ਸਵ ਅਤੇ ਲ ਸਵ ਅਪਾਜ ਗੁਣਨਖੰਡ ਵਿਧੀ ਰਾਹੀਂ। ਅਤੇ ਪਹਿਲਾਂ ਤਾਂ ਮ ਸਵ ਨੂੰ ਆਪਾਂ ਇੰਗਲਿਸ਼ 'ਚ ਬੋਲਦੇ ਹਾਂ HCF ਅਤੇ ਲ ਸਵ ਨੂੰ ਬੋਲਦੇ ਹਾਂ LCM। HCF ਅਤੇ LCM ਇਹ ਆਪਣੇ ਕੋਲ ਦੋ ਚੀਜ਼ਾਂ ਹੁੰਦੀਆਂ। ਹੁਣ ਇਹਨੂੰ ਆਪਾਂ ਕਿੱਦਾਂ ਕਰਨਾ ਆ, ਆਓ ਆਪਾਂ ਉਹਨੂੰ ਦੇਖਦੇ ਹਾਂ। ਅਤੇ ਉਹਦੇ ਵਾਸਤੇ ਆਪਾਂ ਕੋਈ ਪਹਿਲਾਂ ਦੋ ਸੰਖਿਆਵਾਂ ਲੈ ਲੈਂਦੇ ਹਾਂ, ਜਿਹਦੇ ਵਾਸਤੇ ਆਪਾਂ HCF ਅਤੇ LCM ਲੱਭਣਾ ਆ। ਮੰਨ ਲਓ ਇੱਕ ਪਾਸੇ 24 ਲੈ ਲਿਆ, ਇੱਕ ਪਾਸੇ ਮੈਂ 36 ਲੈ ਲਿਆ। ਪਹਿਲਾਂ ਆਪਾਂ ਕੀ ਕਰਨਾ ਆ, ਆਪਾਂ 24 ਦੇ ਅਪਾਜ ਗੁਣਨਖੰਡ ਬਣਾਉਣੇ ਆ ਅਤੇ ਦੂਜੇ ਪਾਸੇ ਆਪਾਂ ਬਣਾਉਣੇ ਆ 36 ਦੇ ਅਪਾਜ ਗੁਣਨਖੰਡ। ਹੁਣ ਉਰੇ ਆਪਾਂ ਦੇਖਿਆ ਜਾਵੇ 2 12 'ਤੇ, ਫਿਰ ਇਹ 2 6 'ਤੇ ਵੰਡਿਆ ਗਿਆ, ਫਿਰ ਇਹ 2 6 ਮਤਲਬ 2 'ਤੇ ਵੰਡਿਆ ਗਿਆ 3 ਆ ਗਿਆ, ਫਿਰ 3 'ਤੇ ਵੰਡਿਆ ਗਿਆ ਮਤਲਬ 1 ਆ ਗਿਆ। ਤਾਂ ਇਸ ਕਰਕੇ ਜੇ ਆਪਾਂ ਦੇਖਿਆ ਜਾਵੇ 24 ਦੇ ਗੁਣਨਖੰਡ ਸਾਡੇ ਕੋਲ ਕਿੰਨੇ ਆ ਗਏ? ਇਹ ਸਾਡੇ ਕੋਲ ਕਿਹਦੇ ਗੁਣਨਖੰਡ ਆਏ ਨੇ? 24 ਦੇ। ਹੁਣ ਜੇ ਆਪਾਂ 36 ਦੇ ਲੱਭੀਏ, ਫਿਰ ਆਪਾਂ 2 'ਤੇ ਸ਼ੁਰੂ ਕੀਤਾ, ਫਿਰ ਆਪਣੇ ਕੋਲ 18 ਆ ਗਿਆ, ਫਿਰ ਆਪਾਂ 2 'ਤੇ ਕੀਤਾ, ਫਿਰ 9 ਆ ਗਿਆ, ਫਿਰ ਆਪਾਂ ਦੇਖਿਆ ਵੀ 9 ਜਿਹੜਾ ਹੈਗਾ ਕਿਹੜੇ ਪਹਾੜੇ 'ਤੇ ਜਾਂਦਾ? 3 'ਤੇ, ਫਿਰ 3 ਆ ਗਿਆ, ਫਿਰ ਆਪਣੇ ਕੋਲ 3, ਫਿਰ ਆਪਣੇ ਕੋਲ 1 ਆ ਗਿਆ। ਹੁਣ ਆਪਾਂ ਕੀ ਕਰਿਆ, 36 ਦੇ ਗੁਣਨਖੰਡ ਵੀ ਆਪਾਂ ਇੱਥੇ ਹੀ ਲਿਖ ਲਏ, ਮਤਲਬ 36 ਦੇ ਗੁਣਨਖੰਡ ਵੀ ਆਪਾਂ ਇੱਥੇ ਲਿਖ ਲਏ। ਕੀ ਆ ਗਿਆ 36 ਦੇ ਗੁਣਨਖੰਡ? 2 ਗੁਣਾ 2 ਗੁਣਾ 3 ਗੁਣਾ 3। ਹੁਣ ਆਪਾਂ ਇਹਨਾਂ ਵਿੱਚੋਂ ਆਪਾਂ ਇਹਨੂੰ ਜਦ ਆਪਾਂ ਦੇਖਿਆ ਜਾਵੇ ਤਾਂ ਆਪਾਂ ਇਹਨੂੰ ਇੱਦਾਂ ਵੀ ਲਿਖ ਸਕਦੇ ਹਾਂ। ਪਿੱਛੇ ਦੱਸਿਆ ਸੀ ਆਪਾਂ ਕਿ ਜਿਹੜੇ ਗੁਣਨਖੰਡ ਹੁੰਦੇ ਉਹਨੂੰ ਆਪਾਂ ਘਾਤਾਂ ਦੀ ਰੂਪ 'ਚ ਲਿਖਣਾ। ਉਰੇ 1 2 3, ਉਰੇ 3 ਆ ਗਈ, ਉਰੇ 3 ਦੀ ਘਾਤ 1 ਆ ਗਈ, ਉਰੇ ਆ ਗਈ 2 ਦੀ ਘਾਤ 2 ਅਤੇ ਉਰੇ ਆ ਗਿਆ 3 ਦੀ ਘਾਤ 2। ਹੁਣ ਪਹਿਲਾਂ ਆਪਾਂ ਲੱਭਣਾ ਆ HCF। ਇਹਨੂੰ ਆਪਾਂ ਹਾਈਐਸਟ ਕਾਮਨ ਫੈਕਟਰ ਬੋਲਦੇ ਹਾਂ, ਮਤਲਬ ਮ ਸਵ ਮਤਲਬ ਜਿਹੜਾ ਕਾਮਨ ਹੋਵੇ। ਸੀ ਦਾ ਮਤਲਬ ਸਾਂਝਾ, ਜਿਹਨੂੰ ਆਪਾਂ ਬੋਲਦੇ ਹਾਂ। ਆਪਾਂ ਇਹ ਦੇਖਣਾ ਵੀ ਇਹਨਾਂ ਦੇ ਵਿੱਚ ਪਹਿਲਾਂ ਸਾਂਝਾ ਕਿਹੜਾ ਆ, ਮਤਲਬ ਜਿਹੜੇ ਸਾਂਝੇ ਹੈਗੇ ਨੇ ਉਹ ਦੇਖੋ। ਪਹਿਲਾਂ ਆਹ 2 ਸਾਂਝਾ ਆ, ਇਹਨੂੰ ਆਪਾਂ ਇੱਕ ਡੱਬੇ 'ਚ ਪਾ ਲਿਆ। ਆਹ 2 ਸਾਂਝਾ ਆ, ਆਹ 2 ਇੱਧਰ ਤਾਂ ਆ ਨਹੀਂ ਰਿਹਾ ਤਾਂ ਇਹ ਸਾਂਝਾ ਬਣਨਾ ਹੀ ਨਹੀਂ। ਤਾਂ ਆਹ 3 ਇਹਦੇ ਨਾਲ ਸਾਂਝਾ ਹੋ ਗਿਆ। ਆਹ 3 ਇੱਧਰ 3 ਹੋਰ ਹੈ ਨਹੀਂ ਤਾਂ ਇਹ ਸਾਂਝਾ ਬਣਨਾ ਨਹੀਂ ਹੈਗਾ। ਤਾਂ ਜਿਹੜੇ ਆਪਾਂ ਪਾਏ ਨੇ ਇਹਨਾਂ 'ਚੋਂ ਇੱਕ ਉਤਾਰ ਦਿਓ, ਇਹ ਲਿਖ ਦਿਓ। ਤਾਂ ਇਹ ਸਾਡਾ ਕੀ ਬਣ ਗਿਆ? HCF। ਮਤਲਬ ਇਹਨੂੰ ਆਪਾਂ ਗੁਣਾ ਕਰ ਲਾਂਗੇ, 2 ਦੂਣੀ 4, 4 ਤੀਏ 12। ਤਾਂ HCF ਦਾ ਮਤਲਬ ਕੀ ਹੋ ਗਿਆ? ਮਤਲਬ ਸਾਂਝਾ ਗੁਣਨਖੰਡ ਜਿਹੜਾ ਆਪਾਂ ਦੇਖਣਾ ਆ। ਮਤਲਬ ਸਾਂਝਾ ਗੁਣਨਖੰਡ, ਇਹਦੇ 'ਚ ਆਪਾਂ ਉਹ ਦੇਖਣੇ ਆ ਵੀ ਜਿੰਨੇ ਵੀ ਸਾਂਝੇ ਗੁਣਨਖੰਡ ਬਣੂਗੇ ਉਹਨੂੰ ਆਪਾਂ HCF ਲਿਖ ਦੇਣਾ ਆ। ਹੁਣ ਆਪਾਂ ਗੱਲ ਕਰਨੀ ਆ LCM ਦੀ। ਹੁਣ ਆਪਾਂ ਕਿਹਦੀ ਗੱਲ ਕਰਨੀ ਹੈ? LCM ਦੀ ਗੱਲ ਕਰਨੀ ਹੈ। ਇੱਥੇ ਆਪਾਂ ਕਿ LCM ਕਿੱਦਾਂ ਲਿਖਣਾ ਆ। ਇਹਦੇ ਵਿੱਚ ਬੱਚੇ ਥੋੜ੍ਹਾ ਜਿਹਾ ਕਨਫਿਊਜ਼ ਕਰ ਜਾਂਦੇ ਨੇ। ਇਹਦੇ ਪਰ ਤੁਹਾਨੂੰ 2-3 ਮੈਥਡ ਦੱਸਾਂਗਾ ਕਿੱਦਾਂ ਕਰਨਾ। ਜਿਹੜਾ ਤੁਹਾਨੂੰ ਸਹੀ ਲੱਗਿਆ ਉਹਨੂੰ ਆਪਾਂ ਆਪਣੇ ਵਾਸਤੇ ਆਪਾਂ ਰੱਖ ਲੈਣਾ ਆ। ਪਹਿਲਾਂ ਤਾਂ ਇਹੀ ਹੈ ਕਿ ਜਿਹੜਾ ਆਪਾਂ HCF ਕੱਢਿਆ ਆ ਉਹਨੂੰ ਉਤਾਰ ਦਿਓ। ਮਤਲਬ HCF ਆਪਾਂ ਕਿਹੜਾ ਕੱਢਿਆ ਸੀ? ਆਹ ਆਪਣਾ HCF ਸੀ, ਮੈਂ ਇਹਨੂੰ ਇੱਦਾਂ ਹੀ ਉਤਾਰਤਾ। ਮਤਲਬ ਇਹ ਕੀ ਬਣ ਗਿਆ ਮੇਰਾ? HCF ਸੇਮ। ਇਹਨੂੰ ਮੈਂ ਇੱਦਾਂ ਹੀ ਉਤਾਰਤਾ। ਹੁਣ ਆਪਾਂ ਇੱਥੇ ਦੇਖਣਾ ਵੀ ਜਿਹੜੇ ਰਹਿ ਗਏ, ਮਤਲਬ ਜਿਹੜੇ ਮੇਰੇ ਗੁਣਨਖੰਡ ਰਹਿ ਗਏ, ਕਿਹੜੇ ਰਹਿ ਗਏ ਸੀ ਇਹ ਉਹ ਦੇਖਣੇ ਆ। ਮੇਰੇ ਕਿਹੜੇ ਰਹਿ ਗਏ? ਮੇਰੇ ਇੱਕ ਇੱਥੇ ਮੇਰਾ ਦੂਆ ਰਹਿ ਗਿਆ ਸੀਗਾ, ਇੱਕ ਮੇਰਾ ਤੀਆ ਰਹਿ ਗਿਆ ਸੀ। ਉਹਨਾਂ ਨੂੰ ਉਤਾਰ ਦੇਣਾ ਆਪਾਂ, ਉਰੇ ਲਿਖ ਦੇਣਾ ਆ ਗੁਣਾ ਕਰਕੇ।
ਹੋਰ ਨਹੀਂ ਕੁਛ ਕਰਨਾ। ਆਪਾਂ ਪਹਿਲਾਂ ਜਿਹੜਾ HCF ਸੀ ਆ ਉਹ ਤੇ ਨਾਲ ਜਿਹੜੇ ਆਪਣੇ ਗੁਣਨਖੰਡ ਰਹਿ ਗਏ ਤੇ ਆਪਾਂ ਉਹਨਾਂ ਨੂੰ ਗੁਣਾ ਕਰ ਦਈਏ। ਜੇ ਇੱਕ ਚੀਜ਼ ਹੋਰ ਮੈਂ ਤੁਹਾਨੂੰ ਇੱਥੇ ਦਿਖਾਵਾਂ, ਹੁਣ ਮੈਂ ਤੁਹਾਨੂੰ ਇੱਕ ਚੀਜ਼ ਦੱਸਣ ਲੱਗਿਆ। ਉਰੇ ਦੇਖਿਆ ਜਾਵੇ 2 ਕਿੰਨੀ ਵਾਰ ਆ ਰਿਹਾ, ਤੁਹਾਨੂੰ ਥੋੜ੍ਹੀ ਜਿਹੀ ਤੁਹਾਨੂੰ ਤੁਹਾਡੇ ਧਿਆਨ ਨਾਲ ਥੋੜ੍ਹੀ ਜਿਹੀ ਮਤਲਬ ਤੁਹਾਨੂੰ ਇੱਕ ਹੋਰ ਲੌਜਿਕ ਦੇਣ ਲੱਗਿਆ ਇਹਨੂੰ LCM ਲੱਭਣ ਲਈ। ਉਰੇ 2 ਕਿੰਨੀ ਵਾਰ ਆ ਰਿਹਾ, 3 ਵਾਰ ਆ ਰਿਹਾ, ਸ਼ਾਬਾਸ਼। ਤੇ 3 ਕਿੰਨੀ ਵਾਰ ਆ ਰਿਹਾ, 2 ਵਾਰ ਆ ਰਿਹਾ। ਤਾਂ ਆਪਾਂ ਕੀ ਕਰ ਸਕਦੇ ਹਾਂ, ਆਪਾਂ ਸਾਰੇ ਗੁਣਨਖੰਡਾਂ ਵਿੱਚੋਂ, ਤਾਂ ਹੀ ਮੈਂ ਤੁਹਾਨੂੰ ਇਹ ਚੀਜ਼ ਇਸ ਵਾਸਤੇ ਲਿਖਾਈ ਸੀ ਕਿ ਜਿਹੜੀ ਘਾਤਾਂ ਆ ਇਹਨੂੰ ਲਿਖ ਲਓ। ਸਾਰੇ ਗੁਣਨਖੰਡਾਂ ਦੀਆਂ ਜਿੰਨੇ ਵੀ ਸਾਰੇ ਗੁਣਨਖੰਡ ਦੀ ਵੱਡੀ ਘਾਤ, ਸਾਰੇ ਗੁਣਨਖੰਡਾਂ ਦੀ ਵੱਡੀ ਘਾਤ। ਉਰੇ ਆਪਾਂ ਦੇਖਿਆ ਜਾਵੇ ਤਾਂ ਗੁਣਨਖੰਡ ਆਪਣੇ ਕੋਲੇ ਕਿਹੜੇ ਬਣਦੇ ਆ, ਇੱਕ 2 ਬਣਦਾ ਆ ਤੇ ਇੱਕ ਆਪਣੇ ਕੋਲੇ 3 ਬਣਦਾ ਆ। ਹੋਰ ਤਾਂ ਕੋਈ ਗੁਣਨਖੰਡ ਬਣਦਾ ਹੀ ਨਹੀਂ। ਆਪਾਂ ਇਹ ਦੋਨਾਂ 'ਚੋਂ ਦੇਖੀਏ 2 ਦੀ ਵੱਡੀ ਘਾਤ ਕਿਹੜੀ ਹੈ, 3 ਹੈ। 3 ਦੀ ਵੱਡੀ ਘਾਤ ਕਿਹੜੀ ਹੈ, 2 ਹੈ। ਉਹ ਆਪਾਂ ਗੁਣਾ ਪਾ ਕੇ ਲਿਖ ਦੇਣੀ। ਉਹੀ ਚੀਜ਼ ਸਾਡੀ ਉਰੇ ਆਈ ਹੈ, ਉਹੀ ਚੀਜ਼ ਸਾਡੀ ਉਰੇ ਆਈ ਹੈ। ਤਾਂ ਆਪਣੇ ਕੋਲੇ LCM ਨੂੰ ਲੱਭਣ ਦੀਆਂ 2 ਵਿਧੀਆਂ ਹੋ ਗਈਆਂ। ਪਹਿਲੀ ਵਿਧੀ ਕੀ ਹੈ, ਦੁਬਾਰਾ ਸਮਝਾ ਰਿਹਾ ਕਿ ਜਿਹੜਾ HCF ਆਇਆ ਉਹਨੂੰ ਇੱਦਾਂ ਹੀ ਉਤਾਰ ਦਿਓ ਤੇ ਨਾਲ ਜਿਹੜੇ ਉਹਦੇ 2 ਬਾਕੀ ਗੁਣਨਖੰਡ ਰਹਿ ਗਏ, ਜਿਹੜੇ ਵੀ ਬਾਕੀ ਬਚੇ, ਜੋ ਵੀ ਬਚਿਆ ਬਾਕੀ, ਉਹ ਸਾਰਾ ਲਿਖ ਦੇਣਾ ਆ। ਜਾਂ ਜਦੋਂ ਆਪਾਂ ਇਹਨਾਂ ਨੂੰ ਘਾਤਾਂ ਦੇ ਰੂਪ 'ਚ ਲਿਖਿਆ ਆ ਤਾਂ ਪਹਿਲਾਂ ਤੁਸੀਂ ਦੇਖ ਲਓ ਵੀ ਇਹ 'ਚੋਂ ਕਿੰਨੇ ਗੁਣਨਖੰਡ ਬਣਦੇ ਨੇ। ਉਹ ਆਪਣੇ ਕੋਲੇ ਬਣਦੇ ਸੀ ਇਹ 2 ਅਤੇ 3। ਫਿਰ ਆਪਾਂ ਇਹਨਾਂ ਦੀ ਦੇਖਣੀ ਆ 2 ਦੀ ਘਾਤ ਵੱਡੀ ਕਿਹੜੀ ਹੈ, 3 ਹੈ, ਤੇ 3 ਦੀ ਵੱਡੀ ਘਾਤ 2 ਹੈ। ਇਹ ਆਪਣਾ ਕੀ ਬਣ ਗਿਆ, ਇਹ ਆਪਣਾ LCM। ਉਮੀਦ ਕਰਦਾ ਹਾਂ ਤੁਹਾਨੂੰ LCM ਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਹੈ, HCF ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਈ ਹੋਣੀ। ਇਹ ਆਪਣਾ HCF ਅਤੇ LCM। HCF ਵਾਸਤੇ ਕੀ ਕਰਨਾ, ਤੁਸੀਂ ਦੁਬਾਰਾ ਦੱਸ ਰਿਹਾ, ਸਾਂਝਾ ਮਤਲਬ ਜਿਹੜਾ ਵੀ ਦੋਨਾਂ ਦੇ ਵਿੱਚ ਸਾਂਝਾ ਹੋਊਗਾ ਉਹ ਲੈਣਾ ਆ। ਅਤੇ LCM ਵਾਸਤੇ 2 ਮੈਥਡ ਦੱਸੇ ਆ, ਮਤਲਬ ਸਾਂਝਾ ਗੁਣਨਖੰਡ ਅਤੇ ਸਾਰੇ ਗੁਣਨਖੰਡਾਂ ਦੀ ਵੱਡੀ ਘਾਤ ਜਿਹੜੀ ਹੋਊਗੀ ਉਹਨਾਂ ਨੂੰ ਲਿਖ ਦੇਣਾ ਆ। ਮਤਲਬ ਸਾਰੇ ਗੁਣਨਖੰਡ ਜਿਹੜੇ ਵੀ ਸਾਰੇ, ਮਤਲਬ ਜੋ ਇਹਦੇ ਵਿੱਚ ਆ ਰਹੇ ਨੇ, ਸਾਰੇ ਨਹੀਂ, ਮਤਲਬ ਜੋ ਵੀ ਤੁਸੀਂ ਜਿਹੜੇ ਆ ਰਹੇ ਨੇ ਉਹਨਾਂ ਦੀ ਜਿਹੜੀ ਵੱਡੀ ਘਾਤ ਹੈ ਉਹ ਤੁਸੀਂ ਇੱਥੇ ਲਿਖ ਦੇਣੀ ਹੈ। ਉਹ ਤੁਹਾਡਾ ਕੀ ਬਣ ਜਾਏਗਾ, LCM ਬਣ ਜਾਏਗਾ। ਆਪਾਂ ਇੱਕ ਅੱਧੀ ਹੋਰ ਉਦਾਹਰਨ ਕਰਕੇ ਦੇਖਦੇ ਹਾਂ ਜਿਹਦੇ ਨਾਲ ਆਪਾਂ ਨੂੰ ਉਮੀਦ ਹੈ ਕਿ ਆਪਾਂ ਨੂੰ ਪੱਕਾ ਹੋ ਜਾਏਗਾ ਸਾਰਾ ਸਵਾਲ ਸਾਡਾ। ਆਪਾਂ ਆਪਣੀ ਬੁੱਕ ਵਾਲੀ ਕੋਈ ਉਦਾਹਰਨ ਆਪਾਂ ਹੋਰ ਲੈ ਲੈਂਦੇ ਹਾਂ। ਕੋਈ ਆਪਾਂ 72 ਅਤੇ 90 ਦਾ HCF ਅਤੇ LCM ਪਤਾ ਕਰੋ ਕਿ ਕਿਹੜੀ ਵਿਧੀ ਨਾਲ, ਅਪਾਜ ਗੁਣਨਖੰਡ ਵਿਧੀ ਨਾਲ। ਪਹਿਲਾਂ ਆਪਾਂ ਕੀ ਕਰਨਾ ਆ, 72 ਦੇ ਗੁਣਨਖੰਡ ਬਣਾਉਣੇ ਆ ਤੇ ਫਿਰ ਆਪਾਂ ਦੂਜੇ ਪਾਸੇ ਕਿਹਦੇ ਬਣਾਉਣੇ ਆ, ਆਪਾਂ ਗੁਣਨਖੰਡ 90 ਦੇ। ਸ਼ਾਬਾਸ਼। ਇਹ ਆਪਾਂ ਚੀਜ਼ ਪਹਿਲਾਂ ਧਿਆਨ ਰੱਖਣੀ ਹੈ। ਇੱਕ ਪਾਸੇ 90 ਦੇ ਗੁਣਨਖੰਡ, ਇੱਕ ਪਾਸੇ 72 ਦੇ। ਇਹ 2 ਤੇ ਚਲਾ ਗਿਆ, 36 ਆ ਗਿਆ। ਇਹ 2 ਤੇ ਚਲਾ ਗਿਆ, ਇਹ 18 ਆ ਗਿਆ। ਇਹ 2 ਤੇ ਚਲਾ ਗਿਆ, 9 ਆ ਗਿਆ। ਫਿਰ 9 3 ਤੇ ਚਲਾ ਗਿਆ, 3 ਆ ਗਿਆ। ਫਿਰ ਜਿਹੜਾ 3 ਹੈ ਉਹ 1 ਤੇ ਚਲਾ ਗਿਆ। ਜੇ ਆਪਾਂ ਹੁਣ ਇਹਦੇ ਗੁਣਨਖੰਡ ਆਪਾਂ ਉਰੇ ਲਿਖ ਲਈਏ, ਕਿੰਨੇ ਆ ਗਏ, 2 ਗੁਣਾ 2 ਗੁਣਾ 2 ਗੁਣਾ 3 ਗੁਣਾ 3। ਹੁਣ ਜੇ ਆਪਾਂ ਗੁਣਾ ਕਰਕੇ ਦੇਖ ਲਈਏ, 2 ਦੂਣੀ 4, 4 ਦੂਣੀ 8, 8 ਤੀਆ 24, 24 ਤੀਆ 72। ਇਹ ਆਪਣੇ ਗੁਣਨਖੰਡ ਬਣ ਗਏ 72 ਦੇ। ਹੁਣ ਆਪਾਂ 90 ਦੇ ਗੁਣਨਖੰਡ ਬਣਾਈਏ, 2 ਤੇ ਚਲਾ ਗਿਆ ਸਾਡੇ ਕੋਲੇ, ਇਹ ਆ ਗਿਆ 45। ਫਿਰ 45 ਨੂੰ ਕੋਈ ਬੋਲਦਾ ਜੀ 5 ਤੇ ਚਲਾ ਗਿਆ ਜੀ, ਸਿੱਧਾ ਹੀ 9 5 45। ਫਿਰ 3 ਤੇ ਚਲਾ ਗਿਆ, 3। ਫਿਰ 3 ਆ ਗਿਆ ਉਰੇ, 1 ਆ ਗਿਆ। ਫਿਰ ਆਪਾਂ ਇਹਨੂੰ 90 ਦੇ ਆਪਾਂ ਗੁਣਨਖੰਡ ਲਿਖ ਲਈਏ ਉਰੇ, 2 ਗੁਣਾ 5 ਗੁਣਾ 3 ਗੁਣਾ 3। ਹੁਣ ਨਾਲ ਹੀ ਆਪਾਂ ਇਹਨੂੰ ਘਾਤਾਂ ਦੇ ਵਿੱਚ ਲਿਖ ਲਈਏ। ਉਰੇ 2 ਦੀ ਘਾਤ ਕਿੰਨੀਆਂ ਆ ਰਹੀਆਂ, 2 ਕਿੰਨੀ ਵਾਰ ਆ ਰਿਹਾ, 3 ਵਾਰ ਆ ਰਿਹਾ। ਤਾਂ ਆਪਾਂ ਇਹਨੂੰ 2 ਦੀ ਘਾਤ 3 ਬਣਾਤਾ। 3 ਕਿੰਨੀ ਵਾਰ ਆ ਰਿਹਾ, 2 ਵਾਰ ਆ ਰਿਹਾ। ਤਾਂ ਇਹਨੂੰ ਆਪਾਂ 3 ਦੀ ਘਾਤ 2 ਲਿਖਤਾ। ਉਰੇ 2 1 ਵਾਰ ਆ ਰਿਹਾ, 5 1 ਵਾਰ ਆ ਰਿਹਾ। ਉਰੇ 3
2 ਵਾਰ ਆ ਰਿਹਾ। ਹੁਣ ਆਪਾਂ ਕੀ ਕਰਨਾ ਆ, ਆਪਾਂ ਪਹਿਲਾਂ ਲੱਭਣਾ ਆ HCF। मतलब HCF वास्ते ਆਪਾਂ ਕੀ ਬੋਲਿਆ ਸੀ, ਜਾਂ ਤਾਂ ਆਪਾਂ ਬੋਲ ਸਕਦੇ ਹਾਂ ਵੀ HCF ਵਾਸਤੇ ਸਾਂਝੀ ਘਾਤ, मतलब ਜਿਹੜਾ ਦੋਨਾਂ ਵਿੱਚੋਂ ਸਾਂਝਾ ਆਊ। ਆਪਾਂ ਪਹਿਲਾਂ ਡੱਬਾ ਬਣਾ ਲਈਏ ਸਾਂਝਾ, ਇੱਕ ਇਹ ਸਾਂਝਾ ਸੀ, ਇੱਧਰ 2 ਹੈਗਾ, ਇੱਥੇ ਨਹੀਂ ਹੈਗਾ ਸਾਂਝਾ, ਇੱਥੇ 2 ਹੈਗਾ, ਇਹ 'ਚ ਨਹੀਂ ਹੈਗਾ, ਨਹੀਂ ਸਾਂਝਾ। ਇੱਧਰ 5 ਹੈ, ਇੱਥੇ 5 ਨਹੀਂ ਹੈ, ਨਹੀਂ ਸਾਂਝਾ। ਆਹ 3 ਹੈਗਾ ਇੱਧਰ, ਆਹ 3 ਇਹਦੇ ਨਾਲ ਸਾਂਝਾ ਜੋੜਾ ਬਣ ਗਿਆ, ਆਹ 3 ਹੈਗਾ ਅਤੇ ਆਹ ਵੀ 3 ਹੈਗਾ, ਇਹ ਵੀ ਇਹਦੇ ਨਾਲ ਜੋੜਾ ਬਣ ਗਿਆ। ਹੁਣ ਆਪਾਂ ਕੀ ਕਰਨਾ, ਇਹਨਾਂ 'ਚੋਂ ਇੱਕ ਇੱਕ ਨੰਬਰ ਉਤਾਰ ਲੈਣਾ ਆ, 2 ਗੁਣਾ 3 ਗੁਣਾ 3, ਅਤੇ ਇਹਨੂੰ ਆਪਾਂ ਗੁਣਾ ਕਰ ਦਈਏ, 2 ਤੀਏ 6, 6 ਤੀਏ 18। ਇਹ ਆਪਣਾ ਕੀ ਬਣ ਗਿਆ ਇਹਦਾ HCF। ਹੁਣ LCM, ਜੇ ਆਪਾਂ LCM ਦੇਖਿਆ ਜਾਵੇ ਤਾਂ ਪਹਿਲਾਂ ਆਪਾਂ HCF ਉਤਾਰ ਲੈਣਾ। ਹੁਣ ਆਪਾਂ ਇੱਥੇ ਇੱਕ ਚੀਜ਼ ਹੋਰ ਕਰ ਸਕਦੇ ਹਾਂ, 2 ਗੁਣਾ 3 ਗੁਣਾ 3, ਮਤਲਬ ਇਹਨੂੰ ਆਪਾਂ ਕੀ ਬੋਲ ਸਕਦੇ ਹਾਂ, HCF ਉਤਾਰ ਲਿਆ, ਗੁਣਾ ਜਿਹੜੇ ਬਾਕੀ ਰਹਿ ਗਏ, ਬਾਕੀ ਕਿਹੜੇ ਰਹਿ ਗਏ, 2 ਗੁਣਾ 2 ਗੁਣਾ 5, ਬਾਕੀ ਕਿਹੜੇ ਰਹਿ ਗਏ, 2 ਗੁਣਾ 2 ਗੁਣਾ 5। ਹੁਣ ਜੇ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਇਹਨੂੰ ਵੀ ਗੁਣਾ ਕਰ ਲਈਏ ਤਾਂ ਉਹ ਸਾਡਾ ਆਨਸਰ ਆ ਜਾਏਗਾ। ਪਰ ਜੇ ਹੁਣ ਆਪਾਂ ਇਹਨੂੰ ਦੂਜੀ ਫੋਰਮ 'ਚ ਦੇਖੀਏ, ਇਹ ਤਾਂ ਸੀਗਾ ਆਪਣੇ ਕੋਲ ਡਾਇਰੈਕਟ ਮੈਥਡ ਕਿ ਆਪਾਂ ਉਹਦੇ ਨਾਲ ਲੱਭਿਆ, LCM ਦੇ ਨਾਲ ਲੱਭਿਆ, मतलब HCF ਦੀ ਵਿਧੀ ਨਾਲ ਲੱਭਿਆ। ਪਹਿਲਾਂ HCF ਲਿਖ ਲਿਆ, ਬਾਕੀ ਜਿਹੜੇ ਰਹਿ ਗਏ ਉਹ ਲਿਖ ਲਏ। ਜੇ ਹੁਣ ਆਪਾਂ ਦੂਜੀ ਵਿਧੀ ਨਾਲ ਕਰੀਏ, ਜੇ ਆਪਾਂ ਇਹਨੂੰ ਦੂਜੀ ਵਿਧੀ ਨਾਲ ਕਰੀਏ, ਮਤਲਬ ਜਿਹਦੇ ਵਿੱਚ ਆਪਾਂ ਕੀ ਬੋਲਦੇ ਸੀਗੇ, ਸਾਰੇ ਗੁਣਨਖੰਡਾਂ ਦੀ ਵੱਡੀ ਘਾਤ, मतलब ਜਿਹੜੀ ਸਭ ਸਾਰੇ ਗੁਣਨਖੰਡਾਂ ਦੀ ਵੱਡੀ ਘਾਤ ਹੈ ਉਹ ਆਪਾਂ ਇੱਥੇ ਲਿਖਣੀ ਹੈ। ਪਹਿਲਾਂ ਆਪਾਂ ਦੇਖੀਏ ਕਿ ਆਪਣੇ ਕੋਲ ਕਿਹੜੇ ਗੁਣਨਖੰਡ ਬਣਦੇ ਪਏ ਨੇ। ਇੱਕ 2 ਬਣ ਰਿਹਾ, ਇੱਕ 3 ਬਣ ਰਿਹਾ, ਇੱਕ ਆਪਣੇ ਕੋਲ ਗੁਣਨਖੰਡ 5 ਆ ਰਿਹਾ। ਹੁਣ 2 ਦੀ ਵੱਡੀ ਘਾਤ ਆਪਣੇ ਕੋਲ 3, 3 ਦੀ ਵੱਡੀ ਘਾਤ ਆਪਣੇ ਕੋਲ 2, 5 ਦੀ ਵੱਡੀ ਘਾਤ ਆਪਣੇ ਕੋਲ 1। ਇਹਨਾਂ ਦੇ ਵਿੱਚ ਆਪਾਂ ਕਿਹੜਾ ਨਿਸ਼ਾਨ ਪਾਉਣਾ ਆ, ਗੁਣਾ ਦਾ। ਹੁਣ ਜੇ ਆਪਾਂ ਦੋਨਾਂ ਨੂੰ ਮਿਲਾਈਏ, ਅੱਛਾ ਆਨਸਰ ਸਾਡਾ ਸਹੀ ਹੈ। ਦੇਖੋ ਜ਼ਰਾ ਧਿਆਨ ਨਾਲ, ਉਰੇ 2 ਦੀ ਘਾਤ ਕਿੰਨੀ ਆ ਰਿਹਾ, 3 ਆ ਰਿਹਾ। ਉਰੇ ਕਿੰਨੀ ਆ ਰਿਹਾ, 1 2 3, ਬਰਾਬਰ ਹੋ ਗਿਆ। ਉਰੇ ਕਿੰਨੇ ਆ ਰਹੇ, 3 ਦੀ ਘਾਤ 2 ਆ ਰਹੀ ਹੈ, 3 ਦੀ ਘਾਤ 2, 5 ਦੀ ਘਾਤ 1 ਹੈ, ਤਾਂ ਉਰੇ 5 1 ਆ ਗਿਆ। ਅਤੇ ਇਹ ਆਪਣਾ ਬਣ ਗਿਆ LCM ਅਤੇ HCF। ਹੁਣ ਆਪਾਂ ਇੱਕ ਚੀਜ਼ ਆਪਾਂ ਇੱਥੋਂ ਪੜ੍ਹਨੀ ਹੈ LCM ਅਤੇ HCF ਤੋਂ। ਉਹ ਕੀ ਪੜ੍ਹਨਾ ਆਪਾਂ, ਉਹ ਆਪਾਂ ਕੀ ਪੜ੍ਹਨਾ ਆ ਕਿ 2 ਸੰਖਿਆਵਾਂ ਦਾ ਗੁਣਨਫਲ। ਤੁਹਾਨੂੰ ਲੌਜਿਕ ਨਾਲ ਸਮਝਾਉਂਦਾ ਹਾਂ, ਫਿਰ ਪਹਿਲਾਂ ਇੱਕ ਵਾਰ ਲਿਖ ਦੇਵਾਂ। ਬਰਾਬਰ ਇਹ ਹੁੰਦਾ ਆ HCF ਗੁਣਾ LCM। ਇਹ ਆਪਾਂ ਪੜ੍ਹਨਾ ਆ, ਮਤਲਬ 2 ਸੰਖਿਆਵਾਂ ਦਾ ਗੁਣਨਫਲ ਉਹਨਾਂ ਦੇ HCF ਅਤੇ LCM ਦੇ ਗੁਣਨਫਲ ਦੇ ਬਰਾਬਰ ਹੁੰਦਾ ਹੈ। ਔਰ ਕੀ ਬੋਲਿਆ ਮੈਂ ਕਿ 2 ਸੰਖਿਆਵਾਂ ਦਾ ਗੁਣਨਫਲ ਉਹਨਾਂ ਦੇ HCF ਅਤੇ LCM ਦੇ ਬਰਾਬਰ ਹੁੰਦਾ ਹੈ। ਮੈਂ ਪਿਛਲਾ ਸਵਾਲ ਹੀ ਚੱਕ ਲਿਆ ਤੁਹਾਡੇ ਵਾਸਤੇ, ਮੈਂ ਕੁਛ ਨਵਾਂ ਸਵਾਲ ਨਹੀਂ ਚੱਕਿਆ। ਆਪਾਂ ਉਰੇ 2 ਸੰਖਿਆਵਾਂ ਸੀ ਆਪਣੇ ਕੋਲੇ 72, ਇੱਕ ਸੰਖਿਆ ਸੀ ਆਪਣੇ ਕੋਲੇ 90। ਆਪਾਂ 72 ਦੇ ਗੁਣਨਖੰਡ ਬਣਾਏ ਸੀਗੇ, ਉਹ ਤੁਸੀਂ ਸਾਰਿਆਂ ਨੇ ਬਣਾਏ ਸੀ ਮੇਰੇ ਨਾਲ। ਉਹ ਕੀ ਬਣਾਏ ਸੀ ਤੁਸੀਂ ਸਾਰਿਆਂ ਨੇ 72 ਦੇ ਗੁਣਨਖੰਡ ਮੇਰੇ ਕੋਲੇ? ਆਪਾਂ ਪੁਰਾਣੇ 'ਚੋਂ ਹੀ ਆਪਾਂ ਨੋਟ ਕਰ ਲਓ ਤੁਸੀਂ, ਜਾਂ ਤੁਸੀਂ ਆਪਣੇ ਪੁਰਾਣੇ 'ਚੋਂ ਨੋਟ ਕਰ ਲਓ। 2 ਗੁਣਾ 2 ਗੁਣਾ 2 ਗੁਣਾ 3 ਗੁਣਾ 3। ਫਿਰ ਤੁਸੀਂ 90 ਦੇ ਬਣਾਏ ਸੀਗੇ 2 ਗੁਣਾ 5 ਗੁਣਾ 3 ਗੁਣਾ 3। ਫਿਰ ਤੁਸੀਂ ਇਹਦਾ HCF ਲੱਭਿਆ ਸੀਗਾ, ਉਹ ਆਇਆ ਸੀਗਾ 2 ਗੁਣਾ 3 ਗੁਣਾ 3। ਫਿਰ ਤੁਸੀਂ ਇਹਦਾ LCM ਲੱਭਿਆ ਸੀਗਾ, ਜਿਹੜਾ ਸਾਡੇ ਕੋਲ ਆਇਆ ਸੀਗਾ 2 ਗੁਣਾ 3 ਗੁਣਾ 3 ਗੁਣਾ 2 ਗੁਣਾ 2 ਗੁਣਾ 5। ਹੁਣ ਆਪਾਂ ਇੱਥੋਂ ਇੱਕ ਚੀਜ਼ ਦੇਖਣੀ ਹੈ। ਮੈਂ ਤੁਹਾਨੂੰ ਗੁਣਾ 'ਚ ਨਹੀਂ ਮੈਂ ਤੁਹਾਨੂੰ ਪਾਵਾਂਗਾ ਹਲੇ ਮੈਂ ਤੁਹਾਨੂੰ ਸਿੰਪਲ ਲੌਜਿਕ ਦੇ ਨਾਲ ਦੱਸ ਰਿਹਾ ਕਿ ਹਾਂ ਦੇਖੋ ਜਰਾ ਕੀ ਬਰਾਬਰ ਹੈ ਜਾਂ ਕੀ ਹੈ। ਜੇ ਆਹ ਸਾਰੀਆਂ ਜਿਹੜੇ ਗੁਣਨਖੰਡ ਹੈ ਇਹ 72 ਦੇ ਆ, ਇਹ ਗੁਣਨਖੰਡ
90 ਦੇ। ਜੇ ਮੈਂ ਇਹਨਾਂ ਨੂੰ ਗੁਣਾ ਕਰ ਦੇਵਾਂ, ਮਾੜਾ ਜਿਹਾ ਨਿਸ਼ਾਨ ਪਾਇਆ, ਉੱਪਰ ਵੀ ਇੱਥੇ ਪਾ ਦੇਵਾਂ, ਤਾਂ ਆਹ ਦੋਨੋਂ ਸੰਖਿਆਵਾਂ ਦਾ ਗੁਣਨਫਲ ਬਣ ਜਾਏਗਾ ਇਹੀ ਚੀਜ਼। ਆ ਸੋਚੋ ਜਰਾ, ਇਹ ਮਤਲਬ ਇਹਨੂੰ ਆਪਾਂ 72 ਨੂੰ ਇੱਦਾਂ ਲਿਖਿਆ, 90 ਨੂੰ ਆਪਾਂ ਇੱਦਾਂ ਲਿਖਿਆ, ਮਤਲਬ ਇਹ 72 ਨੂੰ ਲਿਖਿਆ ਔਰ ਇਹ 90 ਨੂੰ ਲਿਖਿਆ ਮੈਂ। ਅਤੇ ਜੇ ਮੈਂ ਦੋਨਾਂ ਦੇ ਵਿੱਚ ਗੁਣਾ ਦਾ ਨਿਸ਼ਾਨ ਪਾ ਦੇਵਾਂ ਤਾਂ ਇਹ ਦੋਨਾਂ ਨੂੰ ਗੁਣਾ ਕਰੂੰਗਾ ਤਾਂ ਮੇਰੇ ਕੋਲ ਕਿਹੜੀ ਚੀਜ਼ ਬਣੇਗੀ? ਦੋਵੇਂ ਸੰਖਿਆਵਾਂ ਦਾ ਮਤਲਬ ਇਹ ਚੀਜ਼ ਮੇਰੇ ਕੋਲ ਕੀ ਬਣੇਗੀ? ਦੋਵੇਂ ਸੰਖਿਆਵਾਂ ਦਾ ਗੁਣਨਫਲ ਬਣੇਗਾ ਜੀ। ਸ਼ਾਬਾਸ਼, ਇਹ ਆਪਾਂ ਨੂੰ ਪਤਾ ਲੱਗ ਗਿਆ ਵੀ ਇਹ ਦੋਨੋਂ ਸੰਖਿਆਵਾਂ ਦਾ ਗੁਣਨਫਲ ਬਣਦਾ ਆ। ਹੁਣ ਆਪਾਂ ਇੱਕ ਚੀਜ਼ ਦੇਖਣੀ ਹੈ, HCF। 1 2 ਉਰੇ ਆ ਗਿਆ, ਮਤਲਬ HCF 'ਚੋਂ ਆਪਾਂ ਆਪਾਂ ਮੈਂ ਇਕੱਠਾ ਕਰ ਰਿਹਾ। ਹੁਣ ਮੈਂ ਤੁਹਾਨੂੰ ਇੱਕ ਚੀਜ਼ ਦੱਸਣ ਲੱਗਿਆ, ਦੇਖੋ ਆਪਾਂ ਇਹਦੇ 'ਚੋਂ ਸਮਝਦੇ ਹਾਂ। HCF 'ਚੋਂ 1 2 ਆ ਗਿਆ, ਮੈਂ ਉਰੇ ਕੱਟਤਾ। 1 3 ਆ ਗਿਆ, ਉਰੇ ਕੱਟਤਾ। 1 3 ਆ ਗਿਆ, ਉਰੇ ਕੱਟਤਾ। ਠੀਕ ਹੈ ਜੀ, ਕੱਟਤਾ। ਸ਼ਾਬਾਸ਼। ਹੁਣ ਦੇਖੋ ਬਾਕੀ ਕਿਹੜੇ ਕਿਹੜੇ ਬਚ ਗਏ। ਆਹ 2 ਬਚਿਆ, ਇਹਨੂੰ ਮੈਂ ਚੱਕਰ ਪਾ ਲਿਆ, ਉਰੇ ਲਿਖਤਾ। ਫਿਰ ਆਹ 2 ਬਚਿਆ, ਇਹਨੂੰ ਚੱਕਰ ਪਾਇਆ, ਉਰੇ ਲਿਖਤਾ। ਆਹ 2 ਬਚਿਆ, ਇਹਨੂੰ ਮੈਂ ਉਰੇ ਲਿਖਤਾ। ਫਿਰ ਮੇਰੇ ਕੋਲ 3 ਸੀਗਾ, ਆਹ 3 ਬਚਿਆ, ਆਹ 3 ਨੂੰ ਮੈਂ ਉਰੇ ਲਿਖਤਾ। ਆਹ 3 ਸੀਗਾ, ਆਹ 3 ਮੇਰੇ ਕੋਲ ਉਰੇ ਆ ਗਿਆ। ਅਤੇ ਆਹ 5 ਸੀਗਾ, ਤਾਂ ਆਹ 5 ਮੇਰੇ ਕੋਲ ਉਰੇ ਆ ਗਿਆ। ਤਾਂ ਇਹਦਾ ਮਤਲਬ ਕੀ ਹੋਇਆ? ਅਤੇ HCF LCM ਦੇ ਵਿੱਚ ਇਹਨਾਂ ਸਾਰਿਆਂ ਦੇ ਜਿਹੜੇ ਗੁਣਨਫਲ ਸੀਗੇ ਕਿੰਨੇ ਸੀਗੇ? 1 2 3 4 5 6 7 8 9। 1 2 3 4 5 6 7 8 9 ਸਾਰੇ ਆ ਰਹੇ ਆ, ਔਰ ਤੁਹਾਨੂੰ ਮੈਂ ਕਰਕੇ ਦਿਖਾਏ ਹੈ। ਤਾਂ ਆਪਾਂ ਕੀ ਕਹਿ ਸਕਦੇ ਹਾਂ? ਦੋ ਸੰਖਿਆਵਾਂ ਦਾ ਗੁਣਨਫਲ ਹਮੇਸ਼ਾ ਬਰਾਬਰ ਹੋਊਗਾ HCF ਇੰਟੂ LCM ਦੇ। ਲੱਗਿਆ ਪਤਾ? ਮਤਲਬ ਦੋ ਸੰਖਿਆ HCF ਇੰਟੂ LCM ਜੇ ਆਪਾਂ ਕਰਾਂਗੇ ਤਾਂ ਸਾਡੇ ਕੋਲੇ ਦੁਬਾਰਾ ਉਹ ਦੋਵੇਂ ਸੰਖਿਆਵਾਂ ਦਾ ਗੁਣਨਫਲ ਆ ਜਾਏਗਾ, ਕਿਉਂਕਿ ਉਹਨਾਂ ਦੇ ਵਿੱਚ ਉਹਨਾਂ ਸਾਰਿਆਂ ਦੇ ਗੁਣਨਖੰਡ ਬਾਰ-ਬਾਰ ਆਉਂਦੇ ਹੈ। ਤਾਂ ਇਸ ਕਰਕੇ ਆਪਾਂ ਕੀ ਬੋਲਾਂਗੇ ਕਿ ਦੋਵੇਂ ਸੰਖਿਆਵਾਂ ਦਾ ਗੁਣਨਫਲ ਬਰਾਬਰ ਹੁੰਦਾ HCF ਇੰਟੂ LCM ਦੇ। ਹੁਣ ਅਸੀਂ ਨਵਾਂ ਸਵਾਲ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਹੈਗਾ 3 ਸੰਖਿਆਵਾਂ ਦਾ, 3 ਸੰਖਿਆਵਾਂ ਦਾ HCF ਅਤੇ LCM ਪਤਾ ਕਰੋ। ਕਿਹੜੀ ਵਿਧੀ ਰਾਹੀਂ? ਕਿਹੜੀ ਵਿਧੀ ਰਾਹੀਂ? ਆਪਣਾ ਅਪਾਜ ਗੁਣਨਖੰਡ ਵਿਧੀ ਰਾਹੀਂ। ਕਿਹੜੀ ਵਿਧੀ ਰਾਹੀਂ? ਅਪਾਜ ਗੁਣਨਖੰਡ ਵਿਧੀ ਰਾਹੀਂ। ਆਪਾਂ ਉਰੇ ਕੋਈ ਸੰਖਿਆਵਾਂ ਲੈ ਲੈਂਦੇ ਹਾਂ। ਉਰੇ ਜਿਵੇਂ ਇੱਕ ਵਾਰੀ 12 ਲੈ ਲਿਆ, ਫਿਰ ਆਪਾਂ ਅੱਗੇ ਉਰੇ ਕੋਈ ਹੋਰ ਸੰਖਿਆ ਲੈ ਲੈਂਦੇ ਹਾਂ, ਜਿਵੇਂ ਆਪਾਂ ਉਰੇ 18 ਲੈ ਲਈ। ਫਿਰ ਆਪਾਂ ਉਰੇ ਕੋਈ ਹੋਰ ਸੰਖਿਆ, ਜਿਵੇਂ ਆਪਾਂ ਕੋਈ ਕਹਿ ਲਓ ਚਲੋ 24 ਲੈ ਲਈ। ਆਪਾਂ ਆਹ 3 ਸੰਖਿਆਵਾਂ ਲੈ ਲਈਆਂ। ਪਹਿਲਾ ਸਟੈਪ ਉਹੀ ਹੈ, 12 ਦੇ ਗੁਣਨਖੰਡ। 2 'ਤੇ ਚਲਾ ਗਿਆ 6, 2 'ਤੇ ਚਲਾ ਗਿਆ 3, 3 'ਤੇ ਚਲਾ ਗਿਆ 1। ਫਿਰ 18 ਦੇ ਗੁਣਨਖੰਡ 2, ਫਿਰ 9 'ਤੇ, ਫਿਰ 3, ਫਿਰ 3, ਫਿਰ 3 ਦੇ ਨਾਲ ਆ ਗਿਆ 1। ਫਿਰ ਆਪਣੇ ਕੋਲੇ ਲਾਸਟ ਵਿੱਚ ਆ ਗਿਆ 24 ਦੇ ਗੁਣਨਖੰਡ 2, 12, 2, 6, 2, 3, 3 ਦੇ ਨਾਲ ਆ ਗਿਆ 1। ਆਪਾਂ ਉਰੇ ਹੀ ਇਹਨੂੰ ਕੰਪਲੀਟ ਕਰਨ ਦੀ ਕੋਸ਼ਿਸ਼ ਕਰਾਂਗੇ, ਆਪਾਂ ਅੱਗੇ ਨਹੀਂ ਜਾਵਾਂਗੇ। ਜੇ ਆਪਾਂ ਉਰੇ ਦੇਖੀਏ 12 ਦੇ ਗੁਣਨਖੰਡ 2 ਗੁਣਾ 2 ਗੁਣਾ 3। 18 ਦੇ ਗੁਣਨਖੰਡ ਆਪਣੇ ਕੋਲੇ 2 ਗੁਣਾ 3 ਗੁਣਾ 3। ਫਿਰ ਆਪਣੇ ਕੋਲੇ 24 ਦੇ ਗੁਣਨਖੰਡ 2 ਗੁਣਾ 2 ਗੁਣਾ 2 ਗੁਣਾ 3। ਇਹ ਆਪਣੇ ਕੋਲੇ ਇਹਨਾਂ ਦੇ ਗੁਣਨਖੰਡ ਆ ਗਏ। ਪਹਿਲਾਂ ਆਪਾਂ ਕੀ ਲੱਭਣਾ ਸੀ? ਪਹਿਲਾਂ ਆਪਾਂ HCF ਲੱਭਣਾ ਹੈ। ਪਹਿਲਾਂ ਆਪਾਂ ਕੀ ਲੱਭਣਾ? HCF ਆਪਾਂ ਕੀ ਦੱਸਿਆ ਸੀ? ਸਾਂਝਾ, ਸਾਰਿਆਂ ਵਿੱਚ ਸਾਂਝਾ। ਮਤਲਬ ਹੁਣ ਇੱਥੇ ਸਾਂਝਾ ਮਤਲਬ ਤਿੰਨਾਂ ਵਿੱਚ। ਜਿਵੇਂ ਆਹ 2 ਆ ਰਿਹਾ, ਫਿਰ ਆਹ 2 ਇੱਥੇ ਹੈਗਾ, ਇੱਥੇ ਹੈਗਾ, ਪਰ ਇਹਦੇ ਵਿੱਚ ਨਹੀਂ ਹੈ, ਤਾਂ ਇਹ 2 ਸਾਂਝਾ ਨਹੀਂ ਹੈਗਾ, ਮਤਲਬ ਤਿੰਨਾਂ ਵਿੱਚ। ਫਿਰ ਆਪਾਂ 3 ਦੇਖੀਏ, ਉਰੇ ਉਰੇ ਆਹ ਤਿੰਨਾਂ ਵਿੱਚ ਆ ਰਿਹਾ,
ਤਾਂ ਆਪਾਂ ਇਹਨੂੰ 3 ਨੂੰ ਵੀ ਲੈ ਲਿਆ, ਤਾਂ ਆਪਣੇ ਕੋਲੇ ਕੀ ਬਣ ਗਿਆ 2 ਗੁਣਾ 3 ਬਰਾਬਰ 6। ਹੁਣ ਆਪਣੇ ਕੋਲੇ ਕੀ ਬਚਿਆ, ਹੁਣ ਆਪਣੇ ਕੋਲੇ ਕੀ ਬਚਿਆ ਆਪਾਂ ਜੇ ਗੱਲ ਕਰੀਏ LCM ਦੀ 3 ਸੰਖਿਆ ਵਾਸਤੇ, ਬੋਲੋ। ਹੁਣ ਆਪਾਂ LCM ਦੀ ਗੱਲ ਕਰਨੀ ਹੈ, ਤਾਂ LCM ਵਾਸਤੇ ਆਪਾਂ ਕੀ ਕਰਾਂਗੇ, ਆਪਾਂ LCM ਵਾਸਤੇ ਇੱਥੇ ਉਹ ਨਹੀਂ ਲਿਖਾਂਗੇ ਕਿ HCF ਗੁਣਾ ਬਾਕੀ ਸਾਰੇ, ਉਹ ਇੱਥੇ ਮੈਥਡ ਫੇਲ ਹੋ ਜਾਂਦਾ, ਉਹ ਇੱਥੇ ਗਲਤ ਹੋ ਜਾਂਦਾ। ਆਪਾਂ ਇਹਦੇ ਵਿੱਚ ਕੀ ਕਰਾਂਗੇ, ਆਪਾਂ ਫਿਰ ਉਹੀ ਚੀਜ਼ ਆਪਾਂ ਘਾਤ ਕਰਾਂਗੇ। ਪਹਿਲਾਂ 12 ਦੀ ਘਾਤ ਸੀ 2 ਦੀ ਘਾਤ 2 ਗੁਣਾ 3 ਦੀ ਘਾਤ 1। 18 ਵਾਸਤੇ ਆਪਾਂ ਲਿਖਾਂਗੇ 2 ਦੀ ਘਾਤ 1 ਗੁਣਾ 3 ਦੀ ਘਾਤ 2। ਫਿਰ 24 ਵਾਸਤੇ ਲਿਖਾਂਗੇ 2 ਦੀ ਘਾਤ 3 ਗੁਣਾ 3 ਦੀ ਘਾਤ 1। ਮਤਲਬ ਤਾਂ ਹੀ ਮੈਂ ਤੁਹਾਨੂੰ ਉੱਥੇ 2 ਮੈਥਡ ਦੱਸੇ ਸੀਗੇ ਕਿ 2 ਸੰਖਿਆ ਵਾਸਤੇ ਉਹ ਮੈਥਡ ਵੈਲਿਡ ਹੈ, 3 ਵਾਸਤੇ ਜਿਹੜਾ ਆਪਾਂ ਲੱਭਦੇ ਸੀਗੇ ਕਿ HCF ਇਨਟੂ ਬਾਕੀ, ਉਹ ਨਹੀਂ ਵੈਲਿਡ ਹੈਗਾ, ਉਹ ਗਲਤ ਹੋ ਜਾਂਦਾ। ਹੁਣ ਆਪਾਂ ਇੱਥੇ ਕੀ ਕਰਾਂਗੇ, ਫਿਰ ਜਿਹੜੇ ਆਪਣੇ ਕੋਲੇ ਗੁਣਨਖੰਡ ਆ ਰਹੇ ਨੇ ਉਹ ਆਪਾਂ ਸਾਰੇ ਲਿਖਤੇ, ਜੀ। ਇੱਕ ਆਪਣੇ ਕੋਲੇ 2 ਆ ਰਿਹਾ, ਇੱਕ ਆਪਣੇ ਕੋਲੇ 3 ਆ ਰਿਹਾ। ਹੁਣ ਇਹਨਾਂ ਸਾਰਿਆਂ ਵਿੱਚੋਂ 2 ਦੀ ਵੱਡੀ ਘਾਤ 3, ਇਹਨਾਂ ਸਾਰਿਆਂ ਵਿੱਚੋਂ 3 ਦੀ ਵੱਡੀ ਘਾਤ 2, ਤਾਂ ਇਹ ਸਾਡਾ ਬਣ ਜਾਏਗਾ LCM। ਮਤਲਬ ਸਮਝ ਆਇਆ? ਇਹਦੇ ਵਾਸਤੇ HCF ਇਨਟੂ ਬਾਕੀ ਨਹੀਂ ਲਿਖਣੇ, ਉਹ ਗਲਤ ਹੈ। ਮਤਲਬ HCF ਪਾ ਕੇ ਔਰ ਇਹ ਨਾਲ ਬਾਕੀ ਜਿਹੜੇ ਬਚੇ ਸੀ ਉਹ ਨਹੀਂ ਲਿਖਣੇ, ਉਹ ਗਲਤ ਹੈ। ਇਹਦੇ ਵਿੱਚ ਆਪਾਂ ਕੀ ਕਰਨੇ ਆ, ਜਿਹੜੇ ਸਾਰੇ ਲਿਖ ਲਏ, ਜਿਹੜੇ ਸਾਰਿਆਂ 'ਚੋਂ ਵੱਡੀ ਘਾਤ ਆਉਂਦੀ ਹੈ ਸਾਰੇ ਗੁਣਨਖੰਡਾਂ ਦੀ, ਉਹ ਆਪਾਂ ਲਿਖਣੀ। ਬੇਸਿਕਲੀ ਤੁਸੀਂ ਯਾਦ ਇਹੀ ਮੈਥਡ ਰੱਖੋ ਕਿ ਜਦੋਂ ਆਪਾਂ LCM ਲੱਭਣਾ, ਸਾਰੇ ਗੁਣਨਖੰਡਾਂ ਦੀ ਵਾਰ-ਵਾਰ ਬੋਲ ਰਹੇ ਹਾਂ, ਸਾਰੇ ਗੁਣਨਖੰਡਾਂ ਦੀ ਵੱਡੀ ਘਾਤ, ਉਹ ਤੁਸੀਂ ਹਮੇਸ਼ਾ ਯਾਦ ਰੱਖਣੀ ਹੈ। ਕਿਉਂਕਿ ਇੱਥੇ ਬੱਚੇ ਭੁੱਲ ਜਾਂਦੇ ਸਾਰੇ ਗੁਣਨਖੰਡ ਮਤਲਬ ਜਿਹੜਾ ਮਰਜ਼ੀ ਹੋਵੇ। ਮੰਨ ਲਓ ਉਰੇ ਕਿਤੇ 1 5 ਹੁੰਦਾ, ਫਿਰ ਉਰੇ 7 ਹੁੰਦਾ, ਆਪਾਂ ਹੈ ਤਾਂ ਉਹ ਗੁਣਨਖੰਡ ਹੀ ਹੈ, ਕਿਸੇ ਨਾ ਕਿਸੇ ਦਾ ਤਾਂ ਬਣਦਾ ਹੀ ਹੈ, ਫਿਰ ਆਪਾਂ ਉਹਨੂੰ 5 ਵੀ ਪਾ ਦਿੰਦੇ, ਉਰੇ 7 ਵੀ ਪਾ ਦਿੰਦੇ। ਤਾਂ ਇੱਦਾਂ ਆਪਾਂ HCF ਅਤੇ LCM ਲੱਭਣਾ ਹੈ। ਇੱਕ ਚੀਜ਼ ਹੋਰ ਹਮੇਸ਼ਾ ਯਾਦ ਰੱਖਣੀ ਹੈ, ਜਿਹੜੀ ਆਪਾਂ ਮੈਂ ਦੱਸਣ ਜਾ ਰਿਹਾ ਕਿ 3 ਦਾ ਗੁਣਨਫਲ ਬਰਾਬਰ ਨਹੀਂ ਹੁੰਦਾ HCF ਇਨਟੂ LCM ਦੇ। ਜੇ ਆਪਾਂ ਉਰੇ ਆਪਾਂ ਇਹੀ ਸਵਾਲ ਦੇ ਵਿੱਚੋਂ ਆਪਾਂ ਆਹੀ ਚੀਜ਼ ਆਪਾਂ ਉਰੇ ਗੱਲ ਕਰੀਏ ਕਿ ਬਰਾਬਰ ਨਹੀਂ ਹੁੰਦਾ ਕਿੱਦਾਂ, ਜੇ ਆਪਾਂ ਉਰੇ ਦੇਖੀਏ ਆਪਣੇ ਕੋਲੇ ਸਾਰੇ ਗੁਣਨਖੰਡ ਕਿੰਨੇ ਬਣਦੇ ਸੀ, ਉਰੇ 2 1 2 3 4 5 6, ਉਰੇ 2 ਦੀ ਘਾਤ 1 ਆ ਰਿਹਾ, ਉਰੇ 2 ਦੀ ਘਾਤ 3 ਆ ਰਿਹਾ। ਮਤਲਬ ਆਪਣੇ ਕੋਲੇ 3 ਤੇ 1 4 ਆ ਰਹੇ ਨੇ, ਮਤਲਬ 2 4 ਵਾਰ ਆ ਰਿਹਾ। ਸੋਚੋ 2 ਉਰੇ 3 ਵਾਰ ਆ ਗਏ, 1 ਉਰੇ ਵਾਰ ਆ ਗਿਆ 4, ਤੇ ਬਾਕੀ 2 ਕਿੱਥੇ ਗਏ, ਉਹ ਆਪਣੇ ਕੋਲੇ ਨਹੀਂ ਆਉਂਦੇ। LCM ਦਾ ਮਤਲਬ ਲੀਸਟ ਕਾਮਨ ਮਲਟੀਪਲ, ਜਿਹੜੇ ਕਾਮਨ ਹੋਣਗੇ ਉਹਨਾਂ ਵਿੱਚੋਂ, ਮਤਲਬ ਸਭ ਤੋਂ ਵੱਡੇ ਮਲਟੀਪਲ ਜਿਹੜੇ ਕਾਮਨ ਹੈ ਉਹ ਆਪਾਂ ਲੈਣੇ ਆ। ਤਾਂ ਇਸ ਕਰਕੇ ਆਪਾਂ ਜੇ ਤੁਸੀਂ ਕਹੋਗੇ ਆਪਾਂ ਸਾਰੇ ਲਿਖ ਦਈਏ, ਉਹ ਉਹਦਾ LCM ਨਹੀਂ ਹੋਏਗਾ। ਜੇ ਆਪਾਂ ਜ਼ਿਆਦਾ ਹੀ ਹੈ ਤਾਂ ਆਪਾਂ ਇੱਕ ਹੋਰ ਮੈਥਡ ਹੈ ਜਿਹੜਾ LCM ਦਾ, ਉਹ ਆਪਾਂ ਕੱਢ ਕੇ ਦੇਖਦੇ ਹਾਂ, ਤੁਹਾਨੂੰ ਉੱਥੋਂ ਪਤਾ ਲੱਗ ਜਾਏਗਾ। ਜਿਵੇਂ 12 18 24, ਜੇ ਆਪਾਂ ਇਹਦੇ ਨਾਲ ਕੱਢ ਕੇ ਦੇਖੀਏ 6 9 12, ਫਿਰ 2 ਤੇ 3 9 6, ਫਿਰ ਆਪਾਂ ਇਹਨੂੰ 3 ਦੇ ਕੱਢ ਦਈਏ 1 3 2। ਜੇ ਆਪਾਂ ਉਰੇ ਫਿਰ ਦੇਖੀਏ 3 ਦੇ ਨਾਲ ਚਲਾ ਗਿਆ 1 1 2। ਜੇ ਫਿਰ ਆਪਾਂ ਇਹਨੂੰ 2 ਦੇ ਨਾਲ ਦੇਖੀਏ 1 1, ਤਾਂ ਇਹ ਸਾਡੇ ਕੋਲੇ ਬਣਦਾ। ਜਿਹੜੇ ਸਾਡੇ ਪੁਰਾਣੇ ਆਏ ਸੀਗੇ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਦਾ, ਉਹ ਵੀ ਸਾਡੇ ਕੋਲੇ ਕੀ ਆਇਆ ਸੀ LCM ਸਾਡਾ 2 ਦੀ ਘਾਤ 3 ਗੁਣਾ 3 ਦੀ ਘਾਤ 2। ਮਤਲਬ ਇਹਦੀ ਭਾਸ਼ਾ ਸਮਝੋ, ਲਸਵ ਲਘੁੱਤਮ ਸਮਾਵਰਤਕ, ਮਤਲਬ ਜਿਹਨੂੰ ਆਪਾਂ ਬੋਲਦੇ ਸੀ, ਇਹਨੂੰ ਆਪਾਂ ਇੰਗਲਿਸ਼ ਲੀਸਟ ਕਾਮਨ ਮਲਟੀਪਲਾਇਰ, ਮਤਲਬ ਜਿਹੜੇ ਉਹਦੇ ਕਾਮਨ ਮਲਟੀਪਲਾਇਰ ਸਾਰੇ ਆਉਂਦੇ ਹੈ, ਮਤਲਬ ਉਹ ਆਪਾਂ ਲੈਣੇ ਹੈ। ਮਤਲਬ ਇਹ ਨਹੀਂ ਹੈ ਕਿ ਆਪਾਂ ਉਹਦੇ ਮਤਲਬ ਹਰ ਜਿਹੜਾ ਵੀ ਆ ਰਿਹਾ ਚੱਕ ਕੇ ਲਿਖਦੇ ਆ, ਵੱਡੇ ਤੋਂ ਵੱਡਾ ਜਿਹੜਾ ਮਤਲਬ ਵੱਡੇ ਤੋਂ ਵੱਡਾ ਉਹ ਆ ਰਿਹਾ ਗੁਣਨਖੰਡ, ਉਹ ਲੈਣਾ ਆਪਾਂ। 2 ਕਿੰਨੀ ਵਾਰ ਆ ਰਿਹਾ, 3 ਵਾਰ ਆ ਰਿਹਾ, ਉਹ ਲੈ ਲਿਆ। 3 ਕਿੰਨੀ ਵਾਰ ਆ ਰਿਹਾ, 2 ਵਾਰ ਲੈ ਲਿਆ। ਤਾਂ ਇਸ ਕਰਕੇ ਆਪਾਂ ਬੋਲਾਂਗੇ
कि ਇਹ ਇਹਦਾ ਬਣਦਾ। ਇਹਦੇ ਵੀ ਆਪਾਂ ਦੇਖੀਏ, ਉਰੇ ਵੀ ਆਪਾਂ ਦੇਖੀਏ ਸਾਡੇ ਕੋਲੇ ਕਿੰਨਾ ਆ ਰਿਹਾ। ਉਰੇ ਵੀ 2 1 2 3 ਵਾਰ ਆ ਰਿਹਾ ਅਤੇ 3 ਕਿੰਨੀ ਵਾਰ ਆ ਰਿਹਾ, 2 ਵਾਰ ਆ ਰਿਹਾ। ਤਾਂ ਇਸ ਕਰਕੇ ਆਪਾਂ ਬੋਲਾਂਗੇ ਤਿੰਨਾਂ ਸੰਖਿਆਵਾਂ ਦਾ ਗੁਣਨਫਲ ਬਰਾਬਰ ਨਹੀਂ ਹੁੰਦਾ HCF ਇੰਟੂ LCM ਦੇ। ਇਹ ਸੀਗੇ ਸਾਡਾ ਅੱਜ ਦਾ ਟੌਪਿਕ ਮੇਨ। ਤਿੰਨਾਂ ਟੌਪਿਕ ਦਾ ਮਤਲਬ ਇਸ ਵਿੱਚ ਆਪਾਂ ਕੀ ਪੜ੍ਹਿਆ ਅੱਜ ਆਪਾਂ, 2 HCF ਕਿੱਦਾਂ ਲੱਭਣਾ, ਫਿਰ ਆਪਾਂ LCM ਕਿੱਦਾਂ, ਦੋ ਸੰਖਿਆਵਾਂ ਦਾ। ਫਿਰ ਆਪਾਂ ਇਹ ਪੜ੍ਹਿਆ ਕਿ ਜੇ 2 ਸੰਖਿਆਵਾਂ ਦਾ HCF ਗੁਣਾ LCM ਹੁੰਦਾ ਉਹ ਬਰਾਬਰ ਹੁੰਦਾ ਦੋਵਾਂ ਸੰਖਿਆਵਾਂ ਦੇ ਗੁਣਨਫਲ ਦੇ ਬਰਾਬਰ। ਫਿਰ ਆਪਾਂ 3 ਸੰਖਿਆਵਾਂ ਦਾ HCF ਲੱਭਿਆ, 3 ਸੰਖਿਆਵਾਂ ਦਾ LCM ਲੱਭਿਆ। LCM ਵਾਸਤੇ 3 ਸੰਖਿਆਵਾਂ ਵਾਸਤੇ ਆਪਾਂ ਕੀ ਕੀਤਾ ਸੀਗਾ, ਬਾਰ-ਬਾਰ ਬੋਲਿਆ ਕਿ LCM ਵਾਸਤੇ ਆਪਾਂ ਕੀ ਕਰਨਾ ਹੈ, ਸਾਰੇ ਗੁਣਨਖੰਡਾਂ ਦੀ ਵੱਡੀ ਘਾਤ। ਇਹ ਯਾਦ ਰੱਖਣਾ। ਮਤਲਬ ਜਿੰਨੇ ਵੀ ਗੁਣਨਖੰਡ ਹੋਣਗੇ, ਮੰਨ ਲਓ ਆਪਾਂ ਇੱਕ ਕੋਈ ਹੋਰ ਉਦਾਹਰਨ ਲੈ ਕੇ ਅੱਜ ਛੋਟੀ ਜਿਹੀ ਆਪਾਂ ਉਦਾਹਰਨ ਲੈ ਕੇ ਚੱਲਦੇ ਹਾਂ। ਕੋਈ ਵੀ ਆਪਾਂ ਇੱਕ ਲੈ ਲਿਆ, ਜਿਵੇਂ 2 ਦੀ ਘਾਤ 3 ਹੈ, ਕਿਸੇ ਦੀ 5 ਦੀ ਘਾਤ 1 ਹੈ, 3 ਦੀ ਘਾਤ 1 ਹੈ। ਫਿਰ ਦੂਜੇ 'ਚ 2 ਦੀ ਘਾਤ 2 ਹੈ, 3 ਦੀ ਘਾਤ 2 ਹੈ, 7 ਦੀ ਘਾਤ 1 ਹੈ। ਫਿਰ ਅਗਲੇ 'ਚ 2 ਦੀ ਘਾਤ 4 ਹੈ, ਫਿਰ 11 ਆ, ਫਿਰ ਉਰੇ 7 ਹੈ, 7 ਦੀ ਘਾਤ 2 ਹੈ। ਹੁਣ ਆਪਾਂ LCM ਤਾਂ ਤੁਸੀਂ ਮੈਨੂੰ ਪਤਾ ਲੱਭ ਲਓਗੇ ਬੜੇ ਆਰਾਮ ਨਾਲ ਕਿ ਜਿਹੜਾ ਤਿੰਨਾਂ ਵਿੱਚ ਸਾਂਝਾ ਆ ਰਿਹਾ ਤੁਸੀਂ ਉਹਨੂੰ ਚੱਕ ਦੋਗੇ। ਪਰ LCM ਵਾਸਤੇ ਆਪਾਂ ਕੀ ਕਰਨਾ, ਇਹਦੇ ਵਾਸਤੇ ਆਪਾਂ ਹੁਣ ਪਹਿਲਾਂ ਆਪਾਂ ਦੇਖਣੇ ਕਿਹੜੇ ਕਿਹੜੇ ਗੁਣਨਖੰਡ ਆ ਰਹੇ। 2 ਆ ਰਿਹਾ, 5 ਆ ਰਿਹਾ, 3 ਆ ਰਿਹਾ, 7 ਆ ਰਿਹਾ, 11 ਆ ਰਿਹਾ। 2 5 3 7 11। ਹੁਣ ਇਹਨਾਂ ਦੇ ਵਿੱਚ ਕੀ ਪਾਉਣਾ ਆਪਾਂ, ਗੁਣਾ ਦਾ ਨਿਸ਼ਾਨ ਪਾਤਾ, ਗੁਣਾ ਦਾ ਨਿਸ਼ਾਨ। ਹੁਣ ਇਹਨਾਂ ਦੀ ਆਪਾਂ ਕੀ ਲਿਖਣੀ ਹੈ, ਇਹਨਾਂ ਸਾਰਿਆਂ ਦੀ ਆਪਾਂ ਵੱਡੀ ਘਾਤ। 2 ਦੀ ਵੱਡੀ ਘਾਤ 2 ਦੀ ਵੱਡੀ ਘਾਤ 4, 5 ਦੀ ਵੱਡੀ ਘਾਤ 1, 3 ਦੀ ਵੱਡੀ ਘਾਤ 2, 7 ਦੀ ਵੱਡੀ ਘਾਤ 2, 11 ਦੀ ਵੱਡੀ ਘਾਤ 1। ਇਹ ਹੁੰਦਾ ਸਾਡਾ LCM। ਹੁਣ ਦੇਖਿਆ ਜਾਵੇ ਤਾਂ ਇਹ LCM ਆ ਗਿਆ। ਹੁਣ ਜੇ ਆਪਾਂ ਫਟਾਫਟ ਆਪਾਂ ਲੱਗਦੇ ਆ ਤਾਂ ਆਪਾਂ ਇਹਦਾ HCF ਵੀ ਲੱਭ ਲਈਏ। ਮਤਲਬ ਇਹਨਾਂ 'ਚੋਂ ਆਪਾਂ ਦੇਖੋ HCF ਮਤਲਬ ਸਭ ਤੋਂ ਛੋਟੀ ਘਾਤ, ਸਾਂਝੇ ਦੀ ਛੋਟੀ ਘਾਤ। ਮਤਲਬ ਇਹ ਦੇਖੋ ਤਾਂ ਮਤਲਬ ਜਿਹੜਾ ਤਿੰਨਾਂ ਵੀ ਸਾਂਝਾ ਆ ਰਿਹਾ, ਜੇ ਆਪਾਂ ਇਹਨੂੰ ਲਿਖ ਲਈਏ, ਸਾਂਝਾ ਤਾਂ ਇੱਕੋ ਹੀ ਬਣਦਾ ਵੀ 2 ਬਣਦਾ। 2 ਦੀ ਘਾਤ 2 ਮਤਲਬ ਉਹ ਸਭ ਤੋਂ ਛੋਟੀ ਘਾਤ ਹੋ ਗਈ। ਮਤਲਬ ਸਾਂਝਾ ਹੋਰ ਤਾਂ ਕੋਈ ਬਣ ਨਹੀਂ ਰਿਹਾ। 5 ਇੱਧਰ ਨਹੀਂ ਆ ਰਿਹਾ, 5 ਇੱਧਰ ਨਹੀਂ ਆ ਰਿਹਾ, 3 ਇੱਥੇ ਆ ਰਿਹਾ, ਇੱਥੇ ਆ ਰਿਹਾ ਪਰ ਇੱਥੇ ਨਹੀਂ ਆ ਰਿਹਾ, 7 ਇੱਥੇ ਆ ਰਿਹਾ, ਇੱਥੇ ਆ ਰਿਹਾ, ਇੱਥੇ ਨਹੀਂ ਆ ਰਿਹਾ, 11 ਕਿਸੇ ਵਿੱਚ ਵੀ ਨਹੀਂ ਆ ਰਿਹਾ। ਤਾਂ ਇਹਨਾਂ 'ਚੋਂ ਜੇ ਆਪਾਂ ਇਹਨੂੰ 2 ਨੂੰ ਆਪਾਂ ਤੋੜ ਲਈਏ, ਇਹ ਬਣ ਗਿਆ। ਫਿਰ ਆਪਾਂ 2 ਨੂੰ ਤੋੜ ਲਈਏ, 2 ਨੂੰ ਆਪਾਂ 4 ਵਾਰ ਤੋੜ ਲਈਏ ਤਾਂ ਆਪਣਾ ਸਾਂਝਾ ਆ ਵੀ 2, ਆ ਵੀ 2 ਅਤੇ ਆ ਵੀ 2, ਅਤੇ ਆਪਣਾ ਸਾਂਝਾ ਕਿੰਨਾ ਆ ਗਿਆ, 2 ਦੀ ਘਾਤ 2। ਇਹ ਆਪਣਾ ਕੀ ਬਣ ਗਿਆ, ਬਿਲਕੁਲ ਸਾਂਝਾ ਬਣ ਗਿਆ। ਅਤੇ ਉਮੀਦ ਕਰਦਾ ਤੁਹਾਨੂੰ ਇਹ ਸਮਝ ਆਇਆ ਹੋਵੇਗਾ। ਅਗਲੇ ਲੈਕਚਰ ਦੇ ਵਿੱਚ ਆਪਾਂ ਕੁਛ ਹੋਰ ਨਵਾਂ ਜਿਹੜਾ ਰਹਿ ਗਿਆ ਆਪਣਾ 1.2 ਦੇ ਸਵਾਲ ਉਹ ਕਰਨ ਦੀ ਕੋਸ਼ਿਸ਼ ਕਰਾਂਗੇ। ਧੰਨਵਾਦ।